हेलो गाइस, कैसे हो आप। ਤਾਂ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਆਪਣਾ ਨੈਕਸਟ ਟੌਪਿਕ ਸੋਸ਼ੀਓਲੋਜੀ ਦਾ, ਦੈਟ ਇਜ਼ ਦੀ ਹਿਸਟਰੀ ਆਫ ਸੋਸ਼ੀਓਲੋਜੀ। ਹੁਣ ਤੁਸੀਂ ਆਖੋਗੇ ਹਿਸਟਰੀ ਆਫ ਸੋਸ਼ੀਓਲੋਜੀ ਕੀ ਹੋ ਸਕਦੀ ਆ। ਹਿਸਟਰੀ ਵਿੱਚ ਆਪਾਂ ਪੜਾਂਗੇ ਕਿ ਕਿਸ ਤਰ੍ਹਾਂ ਨਾਲ ਸੋਸ਼ੀਓਲੋਜੀ ਦਾ ਜਨਮ ਹੋਇਆ, ਕਿਸ ਤਰੀਕੇ ਨਾਲ ਸੋਸ਼ੀਓਲੋਜੀ ਨੂੰ ਇੱਕ ਅਲੱਗ ਸਬਜੈਕਟ ਕੰਸੀਡਰ ਕੀਤਾ ਗਿਆ, ਆਪਾਂ ਉਹ ਪੜਾਂਗੇ। ਠੀਕ ਹੈ ਜੀ, ਤਾਂ ਸਟਾਰਟ ਕਰਦੇ ਹਾਂ ਆਪਾਂ। Sociology is considered as a new discipline and considered to be merged in the 19th century, but some people think that it has root in the works of philosophers like Plato, Aristotle and Confucius। ਤਾਂ ਕਹਿੰਦੇ ਆਪਣੇ ਕੋਲ ਜਿਹੜਾ ਸੋਸ਼ੀਓਲੋਜੀ ਆ ਉਹਨੂੰ ਕੰਸੀਡਰ ਕੀਤਾ ਗਿਆ ਇੱਕ ਨਵਾਂ ਡਿਸਿਪਲਿਨ, ਜਾਂ ਆਪਾਂ ਕਹਿ ਦਈਏ ਨਵਾਂ ਸਬਜੈਕਟ ਇਨ ਦੀ 19th ਸੈਂਚੁਰੀ ਵਿੱਚ। ਠੀਕ ਹੈ, ਮਰਜਡ ਕੀਤਾ ਗਿਆ ਮਤਲਬ 19th ਸੈਂਚੁਰੀ ਵਿੱਚ। ਪਰ ਜਿਹੜੇ ਕੁਝ ਪੀਪਲਸ ਨੇ ਉਹ ਕੀ ਸੋਚਦੇ ਆ, ਉਹ ਸੋਚਦੇ ਆ ਕਿ ਇਹਦੀਆਂ ਜਿਹੜੀਆਂ ਰੂਟਸ ਨੇ ਨਾ, ਜੜ੍ਹਾਂ ਮਤਲਬ ਜੜ੍ਹਾਂ ਹੁੰਦੀਆਂ ਬੇਸ, ਜੇ ਆਪਾਂ ਕਹਿ ਦਈਏ ਕਿ ਸਟਾਰਟਿੰਗ ਕਿਵੇਂ ਹੋਈ, ਤਾਂ ਕਹਿੰਦੇ ਜੇ ਕੁਛ ਜਿਹੜੇ ਫਿਲੋਸਫਰ ਸੀ ਉਹਨਾਂ ਨੇ ਵਰਕ ਕੀਤਾ ਸੀ, ਜਿਹਦੇ ਵਿੱਚ ਨਾਮ ਆਉਂਦੇ ਆਪਣੇ ਕੋਲ ਪਲੈਟੋ, ਅਰਿਸਟੋਟਲ ਅਤੇ ਕਨਫਿਊਸ਼ੀਅਸ। ਤਾਂ ਪਲੈਟੋ, ਅਰਿਸਟੋਟਲ ਅਤੇ ਕਨਫਿਊਸ਼ੀਅਸ ਦਾ ਨਾਮ ਆਉਂਦਾ ਇਹਦੇ ਵਿੱਚ, ਜਿਨ੍ਹਾਂ ਨੇ ਕੇਸ 'ਤੇ ਵਰਕ ਕੀਤਾ ਸੀ। ਹੁਣ ਤੁਸੀਂ ਕਹੋਗੇ ਕਿ ਇਹਨਾਂ ਦਾ ਪੜ੍ਹਨ ਦਾ ਕੀ ਫਾਇਦਾ, ਸਟੂਡੈਂਟਸ ਦਾ ਮੇਨਲੀ ਇਹੀ ਪੁਆਇੰਟ ਆਫ ਵਿਊ ਹੁੰਦਾ। ਪਰ ਮੇਰੇ ਹਿਸਾਬ ਨਾਲ ਜੇ ਤੁਸੀਂ ਕੰਪੀਟੀਟਿਵ ਐਗਜ਼ਾਮਸ ਕਲੀਅਰ ਕਰਨੇ ਨੇ ਤਾਂ ਥਿਊਰੀ ਤੁਹਾਡੀ ਪ੍ਰੋਪਰਲੀ ਕਲੀਅਰ ਹੋਣੀ ਚਾਹੀਦੀ ਹੈ। ਠੀਕ ਹੈ, ਆਪਾਂ ਸਿਰਫ ਔਰ ਸਿਰਫ ਕੋਈ ਐਗਜ਼ਾਮਸ ਨੂੰ ਕਲੀਅਰ ਕਰਨ ਵਾਸਤੇ ਨਹੀਂ ਪੜ੍ਹਦੇ, ਆਪਾਂ ਕਿ ਨੌਲੇਜ ਵਾਸਤੇ ਪੜ੍ਹਦੇ ਹਾਂ। ਆਪਾਂ ਨੂੰ ਪਤਾ ਹੋਣੀ ਚਾਹੀਦੀ ਕਿ ਉਹ ਚੀਜ਼ ਕਿੱਥੋਂ ਆਈ ਹੈ। ਤਾਂ ਆਪਾਂ ਇਸ ਚੈਨਲ 'ਤੇ ਜਸਟ ਸਿਰਫ ਔਰ ਸਿਰਫ ਆਏ ਨਹੀਂ ਕਿ ਆਪਾਂ ਪੇਪਰ ਪਾਸ ਕਰਨ ਲਈ ਪੜ੍ਹਾਂਗੇ, ਆਪਾਂ ਨੌਲੇਜ ਲਈ ਵੀ ਪੜ੍ਹਾਂਗੇ। ਠੀਕ ਹੈ ਜੀ, ਤਾਂ ਆਪਾਂ ਸਟਾਰਟ ਕਰਦੇ ਹਾਂ ਅੱਗੇ। In 19th century, it developed as a challenge of modernity that result from advancement in technology, increased exposure of the people to the different culture and societies due to increased migration। ठीक है, ਕਹਿੰਦੇ 19th century ਵਿੱਚ ਇਹ ਕਹਿੰਦੇ ਇੱਕ ਚੈਲੰਜ ਵਜੋਂ ਆਇਆ ਆਪਣੇ ਕੋਲ, ਜਿਹਦਾ ਰਿਜ਼ਲਟ ਕੀ ਹੋਇਆ, ਐਡਵਾਂਸਮੈਂਟ ਹੋਈਆਂ ਆਪਣੇ ਕੋਲ। ਕਿਹਦੀਆਂ ਐਡਵਾਂਸਮੈਂਟ ਹੋਈਆਂ? ਟੈਕਨੋਲੋਜੀ ਵਧੀ ਆਪਣੇ ਕੋਲ, ਜਿਹਦੇ ਕਰਕੇ ਕੀ ਹੋਇਆ, ਲੋਕਾਂ ਦਾ ਐਕਸਪੋਜਰ ਵੱਧ ਗਿਆ, ਲੋਕ ਇੱਕ ਤੋਂ ਦੂਜੀ ਜਗ੍ਹਾ ਨਾਲ ਆਸਾਨੀ ਵਿੱਚ ਜਾਣ ਲੱਗੇ। ਜਿਹੜੇ ਡਿਫਰੈਂਟ ਕਲਚਰ ਸੀਗੇ ਉਹਨਾਂ ਦਾ ਐਕਸਪੋਜਰ ਹੋਇਆ। ਠੀਕ ਹੈ, ਤਾਂ ਫਿਰ ਕੀ ਹੋਇਆ, sociologists responded to such social event and tried to find out what keeps the social groups together and causes of the breakdown of the social solidarity। ਤਾਂ ਜਿਹੜੇ ਆਪਣੇ ਕੋਲ ਸੋਸ਼ੀਓਲੋਜਿਸਟ ਸੀਗੇ, ਜਿਵੇਂ ਸਾਇੰਟਿਸਟ ਨਹੀਂ ਹੁੰਦੇ, ਉਹਨਾਂ ਵਿੱਚ ਕੁਛ ਨਾ ਕੁਛ ਜਾਣਨ ਦੀ ਕਿਊਰੀਓਸਿਟੀ ਬਣੀ ਰਹਿੰਦੀ ਆ ਨਾ, ਤਾਂ ਸੋਸ਼ੀਓਲੋਜਿਸਟ ਵੀ ਇਸ ਟਾਈਪ ਦੇ ਪ੍ਰੋਫੈਸ਼ਨ ਹੀ ਹੁੰਦਾ। ਉਹਨਾਂ ਵਿੱਚ ਵੀ ਮਤਲਬ ਕੁਛ ਨਾ ਕੁਛ ਕਿਊਰੀਓਸਿਟੀ ਬਣੀ ਰਹਿੰਦੀ ਆ। ਉਹ ਕਹਿੰਦੇ ਆਪਾਂ ਇਹਨਾਂ ਸੋਸ਼ਲ ਇਵੈਂਟਸ ਬਾਰੇ ਜਾਣੀਏ, ਫਾਈਂਡ ਆਊਟ ਕਰੀਏ ਕਿ ਉਹ ਕਿਹੜੇ ਫੈਕਟਰਸ ਨੇ ਜਿਹੜੇ ਸੁਸਾਇਟੀ ਨੂੰ ਇਕੱਠੇ ਰੱਖਦੇ ਆ, ਅਤੇ ਕਿਹੜੇ ਉਹ ਫੈਕਟਰਸ ਨੇ ਜਿਹੜੇ ਸੁਸਾਇਟੀ ਦੇ ਬ੍ਰੇਕਡਾਊਨ ਲਈ, ਜਿਹਨੂੰ ਆਪਾਂ ਕਹਿੰਦੇ ਕਿ ਫੁੱਟ ਪਾਉਣ ਲਈ ਜ਼ਿੰਮੇਵਾਰ ਆ। ਠੀਕ ਹੈ ਜੀ, ਨੈਕਸਟ ਹੈ ਆਪਣੇ ਕੋਲ ਸੋਸ਼ੀਓਲੋਜਿਸਟ ਬਿਲੀਵਸ ਦੈਟ ਆਵਰ ਸੋਸ਼ਲ ਸਰਾਊਂਡਿੰਗ ਇਨਫਲੂਐਂਸ ਆਵਰ ਥੋਟਸ ਐਂਡ ਐਕਸ਼ਨਸ। ਠੀਕ ਹੈ, ਕਹਿੰਦਾ ਜਿਹੜਾ ਆਪਣਾ ਸੋਸ਼ਲ ਸਰਾਊਂਡਿੰਗ ਹੈ, ਲਾਈਕ ਜਿਹੜਾ ਆਪਣਾ ਸਮਾਜਿਕ ਦਾਇਰਾ ਨਾ, ਕਹਿੰਦੇ ਉਹ ਕਿਹਨੂੰ ਇਨਫਲੂਐਂਸ ਕਰਦਾ, ਆਪਣੇ ਵਿਚਾਰਾਂ ਨੂੰ ਇਨਫਲੂਐਂਸ ਕਰਦਾ, ਅਤੇ ਜਿਹੜੇ ਆਪਾਂ ਐਕਸ਼ਨਸ ਕਰਾਂਗੇ ਉਹਨਾਂ ਨੂੰ ਇਨਫਲੂਐਂਸ ਕਰਦਾ। ਠੀਕ ਹੈ, ਵਿਚਾਰਾਂ ਨੂੰ ਕਿਵੇਂ ਕਰਦਾ, ਜਿਸ ਟਾਈਪ ਦੇ ਆਪਾਂ ਐਨਵਾਇਰਮੈਂਟ ਵਿੱਚ ਲੋਕਾਂ ਵਿੱਚ ਰਵਾਂਗੇ, ਆਪਣਾ ਰਹਿਣ ਸਹਿਣ ਉਸ ਟਾਈਪ ਦੇ ਬਣ ਜਾਏਗਾ। ਰਾਈਟ, ਜੇ ਆਪਾਂ ਬਹੁਤ ਸਮਝਦਾਰ ਲਾਈਕ ਪੜ੍ਹੇ ਲਿਖੇ ਜਿਹੜੇ ਲੋਕ ਹੁੰਦੇ ਆ ਉਹਨਾਂ ਨਾਲ ਰਵਾਂਗੇ ਤਾਂ ਆਪਣਾ ਜਿਹੜਾ ਹੈਗਾ ਮਤਲਬ ਰਹਿਣ ਦਾ ਢੰਗ ਉਸ ਤਰੀਕੇ ਨਾਲ ਬਣੂਗਾ। ਆਪਾਂ ਵੀ ਸੋਚਾਂਗੇ ਹਾਂ ਆਪਾਂ ਪੜ੍ਹਨਾ। ਠੀਕ ਹੈ, ਜੇ ਆਪਾਂ ਲਾਈਕ ਜਿਹੜੇ ਆਪਾਂ ਕਹਿ ਦਿੰਦੇ ਕਿ ਬਹੁਤ ਘੱਟ ਪੜ੍ਹੇ ਹੁੰਦੇ ਆ ਜਾਂ ਨਹੀਂ ਪੜ੍ਹੇ ਹੁੰਦੇ, ਆਪਾਂ ਉਹਨਾਂ ਨਾਲ ਰਵਾਂਗੇ ਤਾਂ ਆਪਾਂ ਨੂੰ ਉਹੋ ਜਿਹੀ ਸੁਜੈਸ਼ਨ ਦੇਣਗੇ, ਉਹੋ ਜਿਹੀਆਂ ਗੱਲਾਂ ਕਰਨਗੇ, ਆਪਣਾ ਬ੍ਰੇਨ ਵੀ ਉਸ ਤਰੀਕੇ ਨਾਲ ਕਿ ਡਿਵੈਲਪ ਹੋ ਜਾਊ। ਆਪਾਂ ਉਹੀ ਕੁਝ ਸੋਚਾਂਗੇ ਕਿ ਹਾਂ ਯਾਰ ਛੱਡੋ ਪਰੇ, ਕੀ ਐਵੇਂ ਮੱਥਾ ਖਪਾਈ ਕਰਦੇ ਰਹਿਣਾ, ਹੈ ਨਾ। ਤਾਂ ਉਸ ਤਰੀਕੇ ਨਾਲ ਕਹਿੰਦੇ ਆਪਣਾ ਮਾਈਂਡ ਡਿਵੈਲਪ ਹੁੰਦਾ ਅਕੋਰਡਿੰਗ ਟੂ ਅਵਰ ਸੋਸ਼ਲ ਸਰਾਊਂਡਿੰਗ। In the 16th and 17th centuries, Europeans were exploring the world and they observed many different societies and civilizations। ਕਹਿੰਦੇ 16ਵੀਂ ਅਤੇ 17ਵੀਂ ਸਦੀ ਵਿੱਚ 16th ਅਤੇ 17th ਸੈਂਚੁਰੀ ਵਿੱਚ
ਜਿਹੜੇ ਯੂਰੋਪੀਅਨ ਸੀ ਉਹਨਾਂ ਨੇ ਸਾਰੇ ਵਰਲਡ ਨੂੰ ਐਕਸਪਲੋਰ ਕੀਤਾ ਅਤੇ ਅਬਜ਼ਰਵ ਕੀਤਾ, ਬਹੁਤ ਡਿਫਰੈਂਟ ਸੁਸਾਇਟੀਜ਼ ਨੂੰ ਅਬਜ਼ਰਵ ਕੀਤਾ, ਜਿਹੜਾ ਸਿਵਲਾਈਜੇਸ਼ਨ ਸੀ ਉਹਨੂੰ ਅਬਜ਼ਰਵ ਕੀਤਾ। The Industrial Revolution began in the late 18th century. Mechanical industries were growing and thousands of people were migrating to cities to work in the new factories that lead to capitalism as very few people own the mean of production such as factories। ठीक है, ਤਾਂ ਕੀ ਹੋਇਆ ਕਹਿੰਦੇ ਜਿਹੜੀ ਆਪਣੇ ਕੋਲ 18th ਸੈਂਚੁਰੀ ਦੇ ਐਂਡ ਵਿੱਚ ਕੀ ਹੋਇਆ, ਜਿਹੜੇ ਆਪਣੇ ਕੋਲ ਮਕੈਨੀਕਲ ਇੰਡਸਟਰੀਜ਼ ਸੀ ਉਹਨਾਂ ਦਾ ਕੀ ਡਿਵੈਲਪਮੈਂਟ ਹੋਇਆ, ਉਹ ਗਰੋ ਹੋਏ। ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਲੋਕ ਸੀ ਪਿੰਡਾਂ ਤੋਂ ਸ਼ਹਿਰਾਂ ਵਿੱਚ ਚਲੇ ਗਏ। ਕੈਪੀਟਲਿਜ਼ਮ ਹੋਇਆ, ਮਤਲਬ ਕੀ ਹੁੰਦਾ ਲਾਈਕ ਸ਼ਹਿਰੀ ਨਿਵਾਸ, ਠੀਕ ਹੈ, ਉੱਥੇ ਰਹਿਣਾ ਸਹਿਣਾ ਲੋਕਾਂ ਦਾ ਸਟਾਰਟ ਹੋਇਆ। ਠੀਕ ਹੈ, ਲੋਕਾਂ ਨੇ ਮਤਲਬ ਪੈਸਾ ਕਮਾਉਣ ਵਾਸਤੇ ਲੋਕ ਸ਼ਹਿਰ ਗਏ। ਇਹਨਾਂ ਫੈਕਟਰੀਆਂ ਬਾਰੇ ਕਹਿੰਦੇ ਉਸ ਸਮੇਂ ਕੁਛ ਲੋਕ ਹੀ ਜਾਣਦੇ ਸੀ, ਸਾਰੇ ਨਹੀਂ ਜਾਣਦੇ ਸੀ, ਕੁਛ ਲੋਕ ਜਾਣਦੇ ਸੀ ਤਾਂ ਪੈਸਾ ਕਮਾਉਣ ਲਈ ਸ਼ਹਿਰ ਵਿੱਚ ਗਏ। ਦੇਅਰ ਵਾਜ਼ ਐਨਾਰਮਸ ਪੋਪੂਲੇਸ਼ਨ ਗਰੋਥ ਡਿਊ ਟੂ ਲੌਂਗਰ ਲਾਈਫ ਐਕਸਪੈਕਟੈਂਸੀ ਐਂਡ ਡਿਕਰੀਜ਼ ਇਨ ਦੀ ਡੈਥ ਰੇਟ। ਹੌਲੀ ਹੌਲੀ ਜਿਵੇਂ ਆਪਾਂ ਨੂੰ ਪਤਾ ਹੈ ਕਿ ਐਡਵਾਂਸਮੈਂਟ ਹੋਈ, ਠੀਕ ਹੈ, ਦਵਾਈਆਂ ਆਈਆਂ, ਬਹੁਤ ਜ਼ਿਆਦਾ ਟਰੀਟਮੈਂਟਸ ਆਏ, ਲੋਕਾਂ ਦੀ ਜਿਹੜੀ ਉਮਰ ਸੀ ਆਪਾਂ ਕਹਿ ਦਈਏ ਲਾਈਫ ਸਪੈਨ ਸੀ ਉਹ ਲੌਂਗ ਹੋਣ ਲੱਗ ਗਿਆ। ਠੀਕ ਹੈ, ਡੈਥ ਰੇਟ ਆਪਣੀ ਘੱਟ ਗਈ। ਦਿਸ ਮੈਸਿਵ ਸੋਸ਼ਲ ਚੇਂਜ ਲੈਂਟ new agency to the development of social societies. It was great transformation from simple societies to complex industrial society that attracted the sociologists to study the changing phenomena। ਜਿਸ ਕਰਕੇ ਆਪਣੇ ਕੋਲ ਡੈਥ ਰੇਟ ਘਟੀ ਤਾਂ ਫਿਰ ਪੋਪੂਲੇਸ਼ਨ ਵਧਣ ਲੱਗ ਗਈ। ਪੋਪੂਲੇਸ਼ਨ ਵਧਣ ਨਾਲ ਜਿਹੜੀ ਆਪਣੇ ਕੋਲ ਸੁਸਾਇਟੀ ਪਹਿਲਾਂ ਸਿੰਪਲ ਹੁੰਦੀ ਸੀ ਹੁਣ ਉਹ ਕੰਪਲੀਕੇਟਡ ਹੋਣ ਲੱਗ ਗਈ। ਜਦੋਂ ਕੰਪਲੀਕੇਟਡ ਹੋਈ ਤਾਂ ਜਿਹੜੇ ਸੋਸ਼ਲੋਜਿਸਟ ਸੀ ਉਹਨਾਂ ਵਿੱਚ ਹੋਰ ਕਿਉਰਿਓਸਿਟੀ ਹੋਈ ਜਾਣਨ ਦੀ, ਇਹਦੇ ਬਾਰੇ ਪੜ੍ਹਨ ਦੀ, ਠੀਕ ਹੈ, ਕਿ ਕਿਹੜੇ ਫਿਨੋਮੀਨਾ ਨੇ ਰਿਸਪੋਂਸੀਬਲ ਨੇ ਸੁਸਾਇਟੀ ਦੇ ਚੇਂਜ ਵਾਸਤੇ। ਹਾਊਐਵਰ ਦ ਟਰਮ ਸੋਸ਼ਲੋਜਿਸਟ ਕਹਿੰਦੇ ਆਪਣੇ ਕੋਲ ਕਿਹਨੇ ਕੋਇਨ ਕੀਤੀ ਸੀ, ਫ੍ਰੈਂਚ ਫਿਲੋਸਫਰ ਔਗਸਟ ਕੰਟੇ ਨੇ ਕੀਤੀ ਸੀ 1838 ਵਿੱਚ ਕੀਤੀ ਸੀ। ਇਹਨਾਂ ਨੂੰ ਆਪਾਂ ਕੀ ਕਹਿੰਦੇ ਸੀ, ਫਾਦਰ ਆਫ ਸੋਸ਼ਲੋਜੀ ਕਹਿੰਦੇ ਸੀਗੇ। ਠੀਕ ਹੈ, ਅਤੇ ਇਹਨਾਂ ਨੇ ਕੀ ਥੋਟ ਕੀਤਾ ਸੀ ਕਿ ਜਿਹੜੀ ਸਾਇੰਸ ਆ ਨਾ ਉਹ ਆਪਾਂ ਸਟੱਡੀ ਕੈਨ ਆਲਸੋ ਬੀ ਯੂਜ਼ ਟੂ ਸਟੱਡੀ ਦਾ ਸੋਸ਼ਲ ਵਰਲਡ। ਠੀਕ ਹੈ, ਇਹਨਾਂ ਨੇ ਸਾਇੰਸ ਨੂੰ ਕਹਿੰਦੇ ਨੇ ਕਿ ਆਪਾਂ ਜਦੋਂ ਆਪਾਂ ਸੋਸ਼ਲ ਵਰਲਡ ਨੂੰ ਪੜ੍ਹਨਾ ਹੁੰਦਾ ਨਾ ਤਾਂ ਵੀ ਆਪਾਂ ਕਹਿੰਦੇ ਸਾਇੰਸ ਦਾ ਯੂਜ਼ ਕਰ ਸਕਦੇ ਹਾਂ। ਹੀ ਇੰਟਰੋਡਿਊਸ ਦ ਕੰਸੈਪਟ ਆਫ ਪੋਜ਼ੀਟਿਵਿਜ਼ਮ ਟੂ ਸੋਸ਼ਲੋਜੀ ਦੈਟ ਇਜ਼ ਦ ਨਿਊ ਵੇ ਟੂ ਅੰਡਰਸਟੈਂਡ ਦ ਸੋਸ਼ਲ ਵਰਲਡ ਬੇਸਡ ਔਨ ਸਾਇੰਟੀਫਿਕ ਫੈਕਟਸ। ਕਹਿੰਦੇ ਇਹਨਾਂ ਨੇ ਮਤਲਬ ਕਿ ਸੋਸ਼ਲੋਜੀ ਨੂੰ ਸਾਇੰਟੀਫਿਕ ਵੇ ਨਾਲ ਪੜ੍ਹਨ ਬਾਰੇ ਦੱਸਿਆ। ਠੀਕ ਹੈ, ਪੋਜ਼ੀਟਿਵਿਜ਼ਮ ਆਫ ਟੂ ਸੋਸ਼ਲੋਜੀ ਬਾਰੇ ਮਤਲਬ ਇੱਕ ਪੋਜ਼ੀਟਿਵ ਚੀਜ਼ ਸੀ ਨਾ ਕਿ ਆਪਾਂ ਨੇ ਸਾਇੰਟਿਸਟ ਵੇ ਨਾਲ ਪੜ੍ਹ ਸਕਦੇ ਹਾਂ, ਸਾਇੰਟਿਸਟ ਤਰੀਕੇ ਨਾਲ। ਹੀ envisioned a process of social change in which sociologists play a crucial role in guiding the society। ਮਤਲਬ ਇਹਨਾਂ ਨੇ ਇੱਕ ਪ੍ਰੋਸੈਸ ਦੱਸਿਆ ਸੋਸ਼ਲ ਚੇਂਜ ਦਾ ਜਿਹਦੇ ਵਿੱਚ ਜਿਹੜੇ ਸੋਸ਼ਲੋਜਿਸਟ ਨੇ ਸੁਸਾਇਟੀ ਨੂੰ ਗਾਈਡ ਕਰਨ ਵਿੱਚ ਇੱਕ ਇੰਪੋਰਟੈਂਟ ਰੋਲ ਅਦਾ ਕਰਦੇ ਆ। ਠੀਕ ਹੈ, ਨੈਕਸਟ ਆਪਾਂ ਗੱਲ ਕਰਦੇ ਹਾਂ ਇੰਸਟੀਟਿਊਸ਼ਨਲਾਈਜੇਸ਼ਨ ਆਫ ਸੋਸ਼ਲੋਜੀ। ਇੰਸਟੀਟਿਊਸ਼ਨਲਾਈਜੇਸ਼ਨ ਦਾ ਕੀ ਮਤਲਬ ਹੈ, ਉਹ ਤਾਂ ਆਪਾਂ ਹਿਸਟਰੀ ਪੜ੍ਹੀ ਕਿਵੇਂ ਸੋਸ਼ਲੋਜੀ ਬਾਰੇ ਲੋਕਾਂ ਨੇ ਜਾਣਨਾ ਸਟਾਰਟ ਕੀਤਾ, ਕਿਉਂਕਿ ਜਿਵੇਂ ਜਿਵੇਂ ਡਿਵੈਲਪਮੈਂਟਸ ਹੋਈਆਂ ਲੋਕਾਂ ਵਿੱਚ ਕਿਉਰਿਓਸਿਟੀ ਵੱਧਦੀ ਗਈ ਕਿ ਆਪਾਂ ਇਸ ਨੂੰ ਇੱਕ ਅਲੱਗ ਸਬਜੈਕਟ ਕੰਸੀਡਰ ਕਰੀਏ। ਇੰਸਟੀਟਿਊਲਾਈਜੇਸ਼ਨ ਦਾ ਮਤਲਬ ਹੁੰਦਾ ਕਿ ਆਪਾਂ ਇੰਸਟੀਟਿਊਸ਼ਨਸ ਕਿਵੇਂ ਬਣਾਏ, ਕਿਵੇਂ ਜਿਹੜੇ ਆਪਣੇ ਕੋਲ ਕੁਛ ਲੈਬੋਰਟਰੀਜ਼ ਜਿਹਨੂੰ ਆਪਾਂ ਲੈਬਸ ਕਹਿੰਦੇ ਹਾਂ, ਠੀਕ ਹੈ, ਕਿਵੇਂ ਆਪਾਂ ਮਤਲਬ ਜਿੱਥੇ ਆਪਾਂ ਪੜ੍ਹ ਸਕੀਏ ਸੋਸ਼ਲੋਜੀ ਬਾਰੇ, ਇੱਕ ਆਪਾਂ ਗਰੁੱਪ ਸਟੱਡੀ ਕਰ ਸਕੀਏ, ਉਹ ਕਿਵੇਂ ਬਣਾਏ ਆਪਾਂ ਓਫੀਸ਼ੀਅਲੀ ਵੇ ਨਾਲ ਉਹਨੂੰ ਦੇਖਦੇ ਹਾਂ ਆਪਾਂ। ਇਟ ਵਾਜ਼ ਫਰਸਟ ਟੌਟ ਬਾਈ ਯੂਨੀਵਰਸਿਟੀ ਆਫ ਕਾਨਸਾਸ in 1890 by Frank Blackmer under the title Element of Sociology। ਫਸਟ ਸਭ ਤੋਂ ਪਹਿਲਾਂ ਕਹਿੰਦੇ ਆਪਣੇ ਕੋਲ ਇਹ ਕਿਹਨੇ ਦੱਸਿਆ, ਜਿਹੜੇ ਯੂਨੀਵਰਸਿਟੀ ਕੈਨਸਾਸ ਸੀਗੇ, ਯੂਨੀਵਰਸਿਟੀ ਆਫ ਕੈਨਸਾਸ 1890 ਵਿੱਚ ਜਿਹੜੇ ਫਰੈਂਕ ਬਲੈਕਮਰ ਸੀਗੇ ਉਹਨਾਂ ਨੇ ਇੱਕ ਟਾਈਟਲ ਦਿੱਤਾ ਦੈਟ ਇਜ਼ ਐਲੀਮੈਂਟ ਆਫ ਸੋਸ਼ਲੋਜੀ। ਕਿਹੜੀ ਯੂਨੀਵਰਸਿਟੀ ਵਿੱਚ, ਯੂਨੀਵਰਸਿਟੀ ਆਫ ਕਾਨਸਾਸ 1890 ਵਿੱਚ ਦਿੱਤਾ। ਕਿਹਨਾਂ ਨੇ ਦਿੱਤਾ, ਫਰੈਂਕ ਬਲੈਕਮਰ। ਠੀਕ ਹੈ, ਤਾਂ ਸਾਇੰਟਿਸਟ ਦੇ ਨੇਮ ਮੇਰੇ ਅਕੋਰਡਿੰਗ ਤੁਸੀਂ ਯਾਦ ਕਰੋ, ਕਿਉਂਕਿ ਜਿਹੜੇ ਮਤਲਬ ਤੁਸੀਂ ਕਹਿੰਦੇ ਹੋ ਨਾ ਲਾਈਕ ਟੋਪਰ ਸਟੂਡੈਂਟ ਜਿਹਨਾਂ ਦੀ ਆਪਾਂ ਗੱਲ ਕਰਦੇ ਹਾਂ, ਹੈ ਨਾ, ਲੌਜਿਕ ਹੀ ਇਹ ਹੁੰਦਾ ਉਹ ਹਰ ਇੱਕ ਚੀਜ਼ ਨੂੰ ਆਪਾਂ ਕੀ ਕਰਦੇ ਹਾਂ ਲਾਈਕ ਉੱਤੋਂ ਤੋਂ ਪੜ੍ਹ ਲੈਂਦੇ ਹਾਂ, ਪਰ ਉੱਤੋਂ ਤੋਂ ਪੜ੍ਹਨਾ ਆਪਾਂ ਸਿਰਫ ਪੇਪਰ ਤਾਂ ਨਹੀਂ ਕਲੀਅਰ ਕਰਨੇ ਨਾ, ਆਪਾਂ ਕੀ ਆ ਕੁਛ ਲਾਈਫ ਸਿੱਖਣਾ ਵੀ ਆ, ਕਿਵੇਂ ਮਤਲਬ ਡਿਵੈਲਪਮੈਂਟ ਹੋਈਆਂ, ਕਿਵੇਂ ਚੀਜ਼ਾਂ ਬਣੀਆਂ, ਆਪਣਾ ਮਾਈਂਡ ਉਸ ਤਰੀਕੇ ਨਾਲ ਕੁਛ
ਨਵੀਆਂ ਚੀਜ਼ਾਂ ਪੜ੍ਹਾਉਣ ਵੱਲ ਵੀ ਜਾਓਗੇ ਫਿਰ ਤਾਂ ਹੀ, ਹੈ ਨਾ। ਉੱਤੋਂ ਤਾਂ ਪੜ੍ਹਨ ਦਾ ਕੋਈ ਫਾਇਦਾ ਨਹੀਂ ਹੁੰਦਾ, ਮੇਰੇ ਹਿਸਾਬ ਨਾਲ ਤਾਂ ਡੀਪਲੀ ਪੜ੍ਹਿਆ ਕਰੋ ਚੀਜ਼ਾਂ, ਠੀਕ ਹੈ। ਤਾਂ 1890 ਵਿੱਚ ਆਪਣੇ ਕੋਲ ਫਰੈਂਕ ਬਲੈਕਮਰ ਜੀ ਨੇ ਦੱਸਤਾ, ਟਾਈਟਲ ਕਿਹੜਾ ਸੀ ਉਹਨਾਂ ਦਾ, ਐਲੀਮੈਂਟ ਆਫ ਸੋਸ਼ੀਓਲੋਜੀ। The first academic department of sociology was established in 1892 at the University of Chicago। ਜਿਹੜਾ ਫਸਟ ਆਪਣੇ ਕੋਲ ਐਕੈਡੈਮਿਕ ਡਿਪਾਰਟਮੈਂਟ, ਦੈਟ ਮੀਨਸ ਜਿੱਥੇ ਆਪਾਂ ਸੋਸ਼ੀਓਲੋਜੀ ਨੂੰ ਪੜ੍ਹ ਸਕਦੇ ਹਾਂ, ਉਹ 1892 ਵਿੱਚ ਬਣਿਆ ਸੀ, ਯੂਨੀਵਰਸਿਟੀ ਆਫ ਚਿਕਾਗੋ। ਨੈਕਸਟ ਆ ਐਲਬਨ ਡਬਲਿਊ ਸਮॉल in 1895 founded the American Journal of Sociology। ਜਿਹੜਾ ਅਮਰੀਕਨ ਜਰਨਲ ਆਫ ਸੋਸ਼ੀਓਲੋਜੀ ਸੀ ਉਹ ਕਿਹਨਾਂ ਨੇ ਫਾਊਂਡਡ ਕੀਤਾ ਸੀਗਾ, ਐਲਬਨ ਡਬਲਿਊ ਨੇ, ਐਲਬਨ ਡਬਲਿਊ ਸਮॉल in 1895, ਐਲਬਨ ਡਬਲਿਊ ਸਮॉल। The first European department of sociology was established in 1895 at the University of Bordeaux by Emile Durkheim। ਠੀਕ ਹੈ, ਤਾਂ ਕਹਿੰਦੇ ਜਿਹੜਾ ਫਸਟ ਯੂਰੋਪੀਅਨ ਡਿਪਾਰਟਮੈਂਟ ਸੀਗਾ, ਠੀਕ ਹੈ, ਆਪਾਂ ਯੂਰੋਪੀਅਨ ਡਿਪਾਰਟਮੈਂਟ ਦੀ ਗੱਲ ਕਰ ਰਹੇ ਹਾਂ ਸੋਸ਼ੀਓਲੋਜੀ ਦਾ, ਕਹਿੰਦੇ 1895 ਵਿੱਚ ਡਿਵੈਲਪ ਹੋਇਆ ਸੀਗਾ। ਕਿਹੜੀ ਯੂਨੀਵਰਸਿਟੀ ਵਿੱਚ ਬਣਿਆ ਸੀ ਡਿਪਾਰਟਮੈਂਟ, ਯੂਨੀਵਰਸਿਟੀ ਆਫ ਬੋਰਡੀਓਕਸ, ਯੂਨੀਵਰਸਿਟੀ ਆਫ ਬੋਰਡੀਓਕਸ ਵਿੱਚ ਬਣਿਆ ਸੀ। ਕਿਹਨਾਂ ਨੇ ਬਣਾਇਆ ਸੀ, ਇਮਾਈਲ ਦੁਰਖੇਮ ਜੀ ਨੇ ਬਣਾਇਆ ਸੀ, ਇਮਾਈਲ ਦੁਰਖੇਮ। ਓਕੇ, ਦ ਫਸਟ ਸੋਸ਼ੀਓਲੋਜੀ ਡਿਪਾਰਟਮੈਂਟ ਇਨ ਯੂਨਾਈਟਿਡ ਕਿੰਗਡਮ ਵਾਜ਼ ਸਟੈਬਲਿਸ਼ਡ ਐਟ ਲੰਡਨ ਸਕੂਲ, ਵਿੱਚ ਹੋਇਆ ਸੀ ਲੰਡਨ ਸਕੂਲ ਆਫ ਇਕੋਨਮਿਕਸ ਐਂਡ ਪੋਲੀਟੀਕਲ ਸਾਇੰਸ, ਜਿਹੜਾ ਸਕੂਲ ਆ ਉੱਥੇ ਬਣਿਆ ਸੀਗਾ ਆਪਣੇ ਕੋਲ, ਠੀਕ ਹੈ। ਨੈਕਸਟ ਆਪਣੇ ਕੋਲ ਹੈਗਾ ਇਨ 1919 ਅ ਸੋਸ਼ੀਓਲੋਜੀ ਡਿਪਾਰਟਮੈਂਟ ਵਾਜ਼ ਐਸਟੈਬਲਿਸ਼ਡ ਇਨ ਮੁਨਿਚ ਜਰਮਨੀ, ਮੁਨਿਚ ਜਰਮਨੀ ਵਿੱਚ ਬਣਿਆ ਸੀ ਬਾਈ ਮੈਕਸ ਵੈਬਰ ਨੇ। ਲੈਟਰ ਔਨ ਦਿਸ ਮੂਵਮੈਂਟ ਵਾਜ਼ ਸਪਰੈਡ ਆਲ ਓਵਰ ਦੀ ਵਰਲਡ। ਹੌਲੀ ਹੌਲੀ ਫਿਰ ਇਹ ਸਾਰੀ ਮੂਵਮੈਂਟ ਕੇ ਸਾਰੀ ਵਰਲਡ ਵਿੱਚ ਕੀ ਆ ਸਪਰੈਡ ਹੋ ਗਈ। ਤਾਂ ਆਪਾਂ ਇੱਕ ਵਾਰੀ ਰਿਵਾਈਜ਼ ਕਰ ਲੈਂਦੇ ਹਾਂ ਫਿਰ ਤੋਂ, ਕਿਉਂਕਿ ਰਿਵੀਜ਼ਨ ਇਜ਼ ਮੋਸਟ ਇੰਪੋਰਟੈਂਟ। ਪਹਿਲਾਂ ਆਪਣੇ ਕੋਲ ਸੀਗੇ ਯੂਨੀਵਰਸਿਟੀ ਆਫ ਕੈਨਸਾਸ 1890 ਵਿੱਚ, ਜਿੱਥੇ ਆਪਣੇ ਕੋਲ ਫ੍ਰੈਂਚ ਬਲੈਕਬਰਨ ਨੇ ਇੱਕ ਟਾਈਟਲ ਦਿੱਤਾ ਸੀ ਐਲੀਮੈਂਟ ਆਫ ਸੋਸ਼ੀਓਲੋਜੀ। ਉਸ ਤੋਂ ਬਾਅਦ ਜਿਹੜਾ ਫਸਟ ਐਕੈਡੈਮਿਕ ਡਿਪਾਰਟਮੈਂਟ ਸੀ ਸੋਸ਼ੀਓਲੋਜੀ ਦਾ, ਉਹ ਆਪਣੇ ਕੋਲ ਇਸਟੈਬਲਿਸ਼ਡ ਹੋਇਆ ਸੀ ਇਨ 1892 ਐਟ ਦੀ ਯੂਨੀਵਰਸਿਟੀ ਆਫ ਚਿਕਾਗੋ। ਫਿਰ 1895 ਵਿੱਚ ਐਲਬਨ ਡਬਲਿਊ ਸਮॉल ਉਹਨਾਂ ਨੇ ਕੀ ਕੀਤਾ ਸੀਗਾ, ਫਾਊਂਡਡ ਸੀ ਉਹ ਅਮਰੀਕਨ ਜਰਨਲ ਆਫ ਸੋਸ਼ੀਓਲੋਜੀ 1895। ਅਮਰੀਕਨ ਨੂੰ ਦੇਖ ਕੇ ਯੂਰੋਪੀਅਨ ਵੀ ਇੰਸਪਾਇਰ ਹੋਏ, ਉਹਨਾਂ ਨੇ ਫਸਟ ਯੂਰੋਪੀਅਨ ਡਿਪਾਰਟਮੈਂਟ ਆਫ ਸੋਸ਼ੀਓਲੋਜੀ ਖੋਲ੍ਹਿਆ 1895 ਵਿੱਚ ਹੀ ਐਟ ਦੀ ਯੂਨੀਵਰਸਿਟੀ ਆਫ ਬੋਰਡੀਓਕਸ, ਕਿੰਨਾ ਦੁਆਰਾ, ਬਾਈ ਇਮਾਈਲ ਦੁਰਖੇਮ ਜੀ ਦੁਆਰਾ। ਨੈਕਸਟ ਆਪਣੇ ਕੋਲ ਜਿਹੜਾ ਫਸਟ ਯੂਨਾਈਟਿਡ ਕਿੰਗਡਮ ਵਿੱਚ ਡਿਪਾਰਟਮੈਂਟ ਖੋਲ੍ਹਿਆ ਗਿਆ ਉਹ ਸਕੂਲ ਵਿੱਚ ਸੀ ਐਟ ਲੰਡਨ ਸਕੂਲਸ ਆਫ ਇਕੋਨਮਿਕਸ ਐਂਡ ਪੋਲੀਟੀਕਲ ਸਾਇੰਸ, ਠੀਕ ਹੈ। ਤਾਂ ਮਤਲਬ ਪਹਿਲਾਂ ਆਪਣੇ ਕੋਲ ਕਿੰਨਾ ਨੇ ਖੋਲ੍ਹਿਆ ਸੀਗਾ, ਪਹਿਲਾਂ ਆਪਣੇ ਕੋਲ ਚਿਕਾਗੋ ਯੂਨੀਵਰਸਿਟੀ ਵਿੱਚ ਆਪਣੀ ਯੂਨੀਵਰਸਿਟੀ ਆਫ ਚਿਕਾਗੋ ਖੋਲ੍ਹੀ ਸੀ। ਫਿਰ ਜਿਹੜੀ ਅਮਰੀਕਨ ਜਰਨਲ ਆਫ ਸੋਸ਼ੀਓਲੋਜੀ ਅਮਰੀਕਾ ਵਾਲੇ ਨੇ ਕੁਝ ਕੀਤਾ, ਉਸ ਤੋਂ ਬਾਅਦ ਯੂਰੋਪੀਅਨ ਵੀ ਆ ਗਏ, ਅਤੇ ਫਿਰ ਆਪਣੇ ਕੋਲ ਜਿਹੜੀ ਯੂਨਾਈਟਿਡ ਕਿੰਗਡਮ ਸੀ ਉਹ ਕਿਵੇਂ ਪਿੱਛੇ ਰਹਿ ਸਕਦੀ ਸੀ, ਤਾਂ ਉਹ ਵੀ ਆਈ। ਤਾਂ 1895 ਵਿੱਚ ਅਮਰੀਕਨ ਜਰਨਲ ਆਫ ਸੋਸ਼ੀਓਲੋਜੀ ਆਇਆ ਸੀ, ਅਤੇ 1895 ਵਿੱਚ ਜਿਹੜੀ ਯੂਨੀਵਰਸਿਟੀ ਆਫ ਬੋਰਡੀਓਕਸ ਸੀਗੀ ਉਹ ਆਪਣੇ ਕੋਲ ਇਸਟੈਬਲਿਸ਼ਡ ਹੋਈ ਸੀ ਬਾਈ ਇਮਾਈਲ ਦੁਰਖੇਮ ਜੀ ਦੁਆਰਾ, ਯੂਨੀਵਰਸਿਟੀ ਆਫ ਬੋਰਡੀਓਕਸ। ਉੱਥੇ ਆਪਣੇ ਕੋਲ ਇੱਕ ਡਿਪਾਰਟਮੈਂਟ ਖੁੱਲ੍ਹਿਆ ਸੀਗਾ, ਡਿਪਾਰਟਮੈਂਟ ਖੋਲ੍ਹਿਆ ਗਿਆ ਸੀਗਾ ਯੂਨੀਵਰਸਿਟੀ ਆਫ ਬੋਰਡੀਓਕਸ ਵਿੱਚ ਬਾਈ ਇਮਾਈਲ ਦੁਰਖੇਮ। ਅਤੇ ਫਸਟ ਜਿਹੜਾ ਸੋਸ਼ੀਓਲੋਜੀ ਡਿਪਾਰਟਮੈਂਟ ਯੂਨਾਈਟਿਡ ਕਿੰਗਡਮ ਵਿੱਚ ਸੀ ਉਹ ਆਪਣੇ ਕੋਲ ਲੰਡਨ ਸਕੂਲ ਆਫ ਇਕੋਨਮਿਕਸ ਐਂਡ ਪੋਲੀਟੀਕਲ ਸਾਇੰਸ ਵਿੱਚ ਸੀ, ਠੀਕ ਹੈ। ਉਸ ਤੋਂ ਬਾਅਦ 1990 ਵਿੱਚ ਸੋਸ਼ੀਓਲੋਜੀ ਡਿਪਾਰਟਮੈਂਟ ਇਸਟੈਬਲਿਸ਼ਡ ਹੋਇਆ ਲੰਡਨ, ਕਿੱਥੇ ਹੋਇਆ, ਜਰਮਨੀ ਵਿੱਚ ਹੋਇਆ, ਇਨ ਮੁਨਿਚ ਜਰਮਨੀ ਬਾਈ ਮੈਕਸ ਵੈਬਰ, ਮੁਨਿਚ ਜਰਮਨੀ, ਮੈਕਸ ਵੈਬਰ ਜੀ ਨੇ ਕੀਤਾ ਸੀ, ਠੀਕ ਹੈ। ਹੁਣ ਆਪਣੇ ਕੋਲ ਸੋਸ਼ੀਓਲੋਜੀ ਦੀ ਗਰੋਥ ਇੰਡੀਆ ਵਿੱਚ ਕਿਵੇਂ ਹੋਈ, ਦੂਜੇ ਦੇਸ਼ਾਂ ਬਾਰੇ ਤਾਂ ਪੜ੍ਹ ਲਿਆ ਆਪਾਂ, ਹੁਣ ਵੀ ਆਪਣੇ ਬਾਰੇ ਵੀ ਤਾਂ ਪੜ੍ਹਨਾ ਹੀ ਹੈ ਨਾ। ਤਾਂ ਇਨ ਇੰਡੀਆ ਓਰੀਜਨਲ ਡਿਵੈਲਪਮੈਂਟ ਆਫ ਸੋਸ਼ੀਓਲੋਜੀ ਫਾਊਂਡ ਇਟਸ ਰੂਟ in pre-independence era from revolt of 1857 when Britishers got confused about the complexity of Indian society and were unable to find the root cause of revolt। ਤਾਂ ਇਹ ਆਪਣੇ ਕੋਲ ਉਦੋਂ ਸਟਾਰਟ ਹੋਇਆ ਜਦੋਂ ਆਪਣੇ ਕੋਲ ਬ੍ਰਿਟਿਸ਼ਰਸ ਰਹਿੰਦੇ ਸੀਗੇ, ਹੈ ਨਾ। ਆਪਾਂ ਨੂੰ ਪਤਾ ਨਾ 1857 ਵਿੱਚ ਕੀ ਹੋਈ ਸੀਗੀ, ਆਪਣੇ ਕੋਲ ਵਾਰ ਹੋਈ ਸੀਗੀ, ਪਤਾ ਹੀ ਆਪਾਂ ਨੂੰ, ਰਾਈਟ। ਤਾਂ ਬ੍ਰਿਟਿਸ਼ਰਸ ਬਹੁਤ ਕਨਫਿਊਜ਼ਡ ਹੋ ਗਏ ਕਿ ਮਤਲਬ ਰਿਵੋਲਟ ਦਾ ਰੀਜ਼ਨ ਕੀ ਆ, ਇੰਡੀਅਨ ਸੋਸਾਇਟੀ ਦਾ ਸਿਸਟਮ ਹੈ ਕੀ, ਠੀਕ ਹੈ। ਤਾਂ ਰੂਟ ਕਾਜ਼ ਆਫ ਰਿਵੋਲਟ ਬਾਰੇ ਉਹਨਾਂ ਨੇ ਜਾਣਨਾ ਚਾਹਿਆ। ਬ੍ਰਿਟਿਸ਼ਰਸ ਵਰ ਟਰਾਈਂਗ ਟੂ ਫਾਈਂਡ ਆਊਟ ਦ ਰੀਅਲ ਕਾਜ਼ ਆਫ ਦ ਯੂਨਿਟੀ ਅਮੰਗ ਦ ਹਿਊਜ ਡਾਇਵਰਸਿਟੀ ਇਨ ਇੰਡੀਅਨ ਸੋਸਾਇਟੀ।
ਭਈ ਬ੍ਰਿਟਿਸ਼ਰਸ ਤਾਂ ਹੈਰਾਨ ਹੋ ਗਏ, ਕਹਿੰਦੇ ਇਹਨਾਂ ਵਿੱਚ ਇੰਨੀ ਯੂਨਿਟੀ ਆਉਂਦੀ ਕਿੱਥੋਂ ਆ, ਕਾਰਨ ਕੀ ਹੈ ਇੰਨੀ ਯੂਨਿਟੀ ਦੇ ਇਹਨਾਂ ਵਿੱਚ। ਇਨ ਦਿਸ ਵੇ ਬ੍ਰਿਟਿਸ਼ ਗਵਰਨਮੈਂਟ ਡਿਸਾਈਡਡ ਟੂ ਸਟੱਡੀ ਇੰਡੀਅਨ ਕਲਚਰ ਐਂਡ ਰਿਲੀਜਨ ਐਂਡ ਦੇਅਰਫੋਰ ਲੈਡ ਟੂ ਦੀ ਡਿਵੈਲਪਮੈਂਟ ਆਫ ਐਂਥਰੋਪੋਲੋਜੀ ਐਂਡ ਸੋਸ਼ੀਓਲੋਜੀ ਇਨ ਇੰਡੀਆ। ਇਸ ਕਰਕੇ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀਗੇ ਉਹਨਾਂ ਨੇ ਇੰਡੀਅਨ ਕਲਚਰ ਬਾਰੇ ਅਤੇ ਇੰਡੀਅਨ ਦੇ ਰਿਲੀਜਨ ਬਾਰੇ ਪੜ੍ਹਨ ਵਾਸਤੇ ਕੀ ਕੀਤਾ, ਡਿਵੈਲਪਮੈਂਟ ਕੀਤੀ ਐਂਥਰੋਪੋਲੋਜੀ ਦੀ ਅਤੇ ਸੋਸ਼ੀਓਲੋਜੀ ਦੀ। ਪਹਿਲਾਂ ਆਪਣੇ ਕੋਲ ਹੈਗੇ ਆ ਗੋਬਿੰਦ ਸਦਾਸ਼ਿਵ ਗੌਰਿਆ। ਹੂ ਇਜ਼ ਗੋਬਿੰਦ ਸਦਾਸ਼ਿਵ ਗੌਰਿਆ? ਹੀ ਇਜ਼ ਐਨ ਇੰਡੀਅਨ ਸੋਸ਼ੀਓਲੋਜਿਸਟ। ਅਤੇ ਇਹਨਾਂ ਦੇ ਜੇ ਮੈਂ ਬਰਥ ਦੀ ਗੱਲ ਕਰਾਂ, ਗੋਬਿੰਦ ਸਦਾਸ਼ਿਵ ਗੌਰਿਆ ਜੀ ਦਾ 1893 ਤੋਂ ਲੈ ਕੇ 1984, 1893 to 1984 was the first Indian sociologist who systematically developed the discipline of sociology in India and is known as the founding father of Indian sociology। देखो ਹੁਣ ਆਪਣੇ ਕੋਲ ਕੁਐਸਚਨ ਹੀ ਕੀ ਆਊਗਾ, who is the founding father of Indian sociology? ਤਾਂ ਉਦੋਂ ਆਪਾਂ ਮੂੰਹ ਚੱਕ ਕੇ ਬਹਿ ਜਾਂਦੇ ਹਾਂ ਕਿ ਹਾਂ ਮੈਨੂੰ ਤਾਂ ਪਤਾ ਹੀ ਨਹੀਂਗਾ। ਤਾਂ ਕਾਰਨ ਕੀ ਹੁੰਦਾ, ਇਹੀ ਕਾਰਨ ਨਿਕਲਦੇ, ਆਪਾਂ ਪੜ੍ਹਦੇ ਨਹੀਂ, ਕਿਉਂਕਿ ਇੱਕ ਕੁਐਸਚਨ ਦੀ ਨਾ ਬਹੁਤ ਜ਼ਿਆਦਾ ਵੈਲਿਊ ਹੋ ਸਕਦੀ ਹੈ ਕਿਸੇ ਟਾਈਮ ਤੁਹਾਨੂੰ, ਕਿਉਂਕਿ ਬਹੁਤ ਲੋਕ ਹੋ ਸਕਦੇ ਜਿਨ੍ਹਾਂ ਨੂੰ ਇਹ ਨਾ ਆਉਂਦਾ ਹੋਵੇ, ਕਿਉਂਕਿ ਲੋਕ ਆਪਾਂ ਪੜ੍ਹਦੇ ਨਹੀਂ ਨਾ ਇਹਨੂੰ ਇਸ ਤਰੀਕੇ ਨਾਲ। ਪਰ ਜੇ ਆਪਾਂ ਪੜ੍ਹਿਆ ਹੋਊਗਾ ਤਾਂ ਆਪਾਂ ਨੂੰ ਆਨਸਰ ਕਰ ਸਕਦੇ ਹਾਂ, ਠੀਕ ਹੈ, ਤਾਂ ਆਪਾਂ ਕੀ ਆ ਬੈਨੀਫਿਟ ਲੈ ਸਕਦੇ ਹਾਂ ਉੱਥੇ। ਤਾਂ ਗੋਬਿੰਦ ਸਦਾਸ਼ਿਵ ਗੌਰਿਆ ਉਹਨਾਂ ਨੇ ਸਿਸਟਮੈਟਿਕ ਵੇ ਨਾਲ ਸੋਸ਼ੀਓਲੋਜੀ ਨੂੰ ਸਟੱਡੀ ਕੀਤਾ ਸੀ, ਅਤੇ ਇੰਡੀਆ ਵਿੱਚ ਸਭ ਤੋਂ ਪਹਿਲਾਂ ਉਹੀ ਸਾਇੰਟਿਸਟ ਆਏ ਸੀ ਸੋਸ਼ੀਓਲੋਜੀ ਦੀ, ਤਾਂ ਹੀ ਉਹਨੂੰ ਕਹਿੰਦੇ ਆਪਾਂ ਫਾਊਂਡਿੰਗ ਫਾਦਰ ਆਫ ਇੰਡੀਅਨ ਸੋਸ਼ੀਓਲੋਜੀ। ਅਤੇ 1893 to 1984 ਤੱਕ ਸੀ ਉਹ ਗੋਬਿੰਦ ਸਦਾਸ਼ਿਵ ਗੌਰਿਆ। ਆਰ ਕੇ ਮੁਖਰਜੀ IIT ਮੌਜੂਦਗੜ, ਠੀਕ ਹੈ, IIT ਮੌਜੂਦਗੜ, ਆਰ ਕੇ ਮੁਖਰਜੀ also made great contribution in the field of sociology। The study of sociology started in India 1993 ਵਿੱਚ ਸਟਾਰਟ ਹੋਈ ਸੀ, ਠੀਕ ਹੈ। ਆ ਜਿਹੜਾ 1993 ਆਪਾਂ ਪਿੱਛੇ ਵੀ ਪੜ੍ਹ ਕੇ ਆਏ ਆ, ਹਾਂਜੀ, ਕੀ ਹੋਇਆ ਸੀ ਇਹਦੇ ਵਿੱਚ, ਜਿਹੜਾ ਮੁਨਿਚ ਜਰਮਨੀ ਵਿੱਚ ਆਪਣੇ ਕੋਲ ਕੀ ਹੋਇਆ ਸੀ, ਕੀ ਸਟੈਬਲਿਸ਼ਡ ਹੋਇਆ ਸੀ ਮੁਨਿਚ ਜਰਮਨੀ ਵਿੱਚ, ਇੱਕ ਡਿਪਾਰਟਮੈਂਟ ਆਇਆ ਸੀ ਮੁਨਿਚ ਜਰਮਨੀ ਵਿੱਚ, ਕਿੰਨਾ ਨੇ ਕੀਤਾ ਸੀਗਾ, ਮੈਕਸ ਵੈਬਰ ਜੀ ਨੇ, ਠੀਕ ਹੈ, ਯਾਦ ਰੱਖਣੀ ਹੈ ਗੱਲ। ਤੇ 1919 ਵਿੱਚ ਸਟਾਰਟ ਹੋਈ, ਬਟ ਇਨ 1930 ਯੂਨੀਵਰਸਿਟੀ ਆਫ ਬੰਬੇ ਸਟਾਰਟਡ ਐਜ਼ ਅ ਸੈਪਰੇਟ ਡਿਸਿਪਲਿਨ। ਨਾਓ ਇਟ ਇਜ਼ ਬੀਇੰਗ ਟੌਟ ਐਟ ਅ ਨੰਬਰ ਆਫ ਯੂਨੀਵਰਸਿਟੀ। ਸਭ ਤੋਂ ਪਹਿਲਾਂ ਯੂਨੀਵਰਸਿਟੀ ਆਪਣੇ ਕੋਲ ਕਿਹੜੀ ਸੀ, ਯੂਨੀਵਰਸਿਟੀ ਆਫ ਬੰਬੇ, ਜਿਨ੍ਹਾਂ ਨੇ ਇਹਨੂੰ ਪੜ੍ਹਨਾ ਸਟਾਰਟ ਕੀਤਾ 1930 ਵਿੱਚ। ਹੁਣ ਤਾਂ ਬਹੁਤ ਸਾਰੀ ਯੂਨੀਵਰਸਿਟੀ ਵਿੱਚ ਹੈ। ਤਾਂ ਗ੍ਰੇਟ ਕੰਟਰੀਬਿਊਸ਼ਨ ਕਿਹਦੀ ਰਹੀ ਹੈ, ਪਹਿਲਾਂ ਆਪਣੇ ਕੋਲ ਸਾਇੰਟਿਸਟ ਨੇ ਔਗਸਟ ਕੰਟੇ। ਹੀ ਵਾਜ਼ ਦੀ ਫ੍ਰੈਂਚ ਫਿਲੋਸਫਰ ਐਂਡ ਫਾਊਂਡਰ ਆਫ ਸੋਸ਼ੀਓਲੋਜੀ ਐਂਡ ਪੋਜ਼ਿਟਿਵ ਆਲਸੋ ਨੋਨ ਐਜ਼ ਦੀ ਫਾਦਰ ਆਫ ਸੋਸ਼ੀਓਲੋਜੀ, ਠੀਕ ਹੈ। ਤਾਂ ਜਿਹੜੇ ਫ੍ਰੈਂਚ ਫਿਲੋਸਫਰ ਸੀਗੇ ਇਹਨਾਂ ਨੇ ਸਟਾਰਟ ਕੀਤਾ ਸੀ, ਇਹਨਾਂ ਨੂੰ ਫਾਦਰ ਆਫ ਸੋਸ਼ੀਓਲੋਜੀ ਕਹਿੰਦੇ ਆ, ਅਤੇ ਪੋਜ਼ਿਟਿਵਿਜ਼ਮ ਆਲਸੋ ਨੋਨ ਐਜ਼ ਦਾ ਫਾਦਰ ਆਫ ਸੋਸ਼ੀਓਲੋਜੀ, ਇਹਨਾਂ ਨੂੰ ਕਹਿੰਦੇ ਆਪਾਂ ਔਗਸਟ ਕੰਟੇ ਜੀ ਨੂੰ। ਕਾਰਲ ਮਾਰਕਸ, ਹੀ ਇਜ਼ ਨੋਨ ਐਜ਼ ਦ ਪਬਲਿਸ਼ਿੰਗ ਆਫ ਕਮਿਊਨਿਸਟ ਮੈਨੀਫੈਸਟੋ ਇਨ 1848 ਐਂਡ ਹਿਸ ਬੁੱਕ ਵਾਜ਼ ਵੈਰੀ ਪੋਪੂਲਰ ਇਨ ਦ ਹਿਸਟਰੀ ਆਫ ਸੋਸ਼ਲ ਮੂਵਮੈਂਟ। ਇਹਨਾਂ ਨੇ ਬੁੱਕ ਕੀਤੀ ਸੀ ਇੱਕ ਪਬਲਿਸ਼, ਕਮਿਊਨਿਸਟ ਮੈਨੀਫੈਸਟੋ, ਕਮਿਊਨਿਸਟ ਮੈਨੀਫੈਸਟੋ ਇਨ 1848। ਕਾਰਲ ਮਾਰਕਸ ਦੀ ਬੁੱਕ ਦਾ ਨਾਮ ਕੀ ਹੈ, ਕਮਿਊਨਿਸਟ ਮੈਨੀਫੈਸਟੋ, 1848 ਵਿੱਚ ਉਹਨਾਂ ਨੇ ਕੀਤੀ ਸੀ, ਠੀਕ ਹੈ। ਇਹ ਨੇ ਕਾਰਲ ਮਾਰਕਸ। नेक्स्ट अपने को लग गया थोड़ा सा लाइट हो गया, तो मैक्स वेबर है हमारे पास। ही वाज द फर्स्ट सोशल थ्योरिस्ट ऑफ द 20th सेंचुरी। ही इज़ नोन एज द प्रिंसिपल आर्कीटैक्ट ऑफ मॉडर्न सोशल साइंस, ठीक है। तो जो मैक्स वेबर से उन्होंने सब तो फस्ट अपने को जो थ्योरिस्ट से 20th सेंचुरी के, उन्होंने आप प्रिंसिपल आर्कीटैक्ट ऑफ मॉडर्न सोशल साइंस कहने हैं, प्रिंसिपल आर्कीटैक्ट ऑफ मॉडर्न सोशल साइंस, मैक्स वेबर जी। नेक्स्ट इमाइल दुर्खेम, द फ्रेंच सोशियोलॉजिस्ट हु कंबाइंड द मैथडोलॉजी ऑफ एम्पेरिकल रिसर्च विद सोशियोलॉजिकल थ्योरी एंड फाउंडर ऑफ सोशियोलॉजी स्कूल इन फ्रांस, ठीक है। तो जी इमाइल दुर्खेम से उन्होंने कितने किया से आपको पता ही है, फ्रांस में किया। फाउंडर ने सोशियोलॉजी स्कूल के कितने फ्रांस में, तो इन्होंने की किया सी मैथमैटिकल इंपैरिकल चीज़ों सोशियोलॉजिस्ट नाल रिलेट किया सी इमाइल दुर्खेम जी ने। गोबिंद सदाशिव गौरिया तो अपने को फस्ट इंडियन सोशियोलॉजिस्ट थे जिन्होंने सिस्टमैटिकली डेवलप किया डिसिप्लिन ऑफ सोशियोलॉजी, तो इन्होंने आप फाउंडर फादर ऑफ इंडियन सोशियोलॉजी भी किया कहने आप, ठीक है जी।
ਨੈਕਸਟ ਆਪਣੇ ਕਲਾਸ ਸੀਗੀ ਗੋਬਿੰਦ ਸਦਾਸ਼ਿਵ ਗੌਰਿਆ ਜੀ। ਤਾਂ ਅੱਜ ਲਈ ਸਿਰਫ ਇੰਨਾ ਹੀ ਬਹੁਤ ਹੈ। ਕੱਲ੍ਹ ਤੋਂ ਆਪਾਂ ਪੜ੍ਹਾਂਗੇ ਨੇਚਰ ਆਫ ਸੋਸ਼ੀਓਲੋਜੀ। ਆਈ ਹੋਪ ਕਿ ਤੁਹਾਨੂੰ ਇਹ ਗੱਲਾਂ ਸਮਝ ਆਈਆਂ ਹੋਣੀਆਂ, ਕਿਉਂਕਿ ਜਦੋਂ ਆਪਾਂ ਸਾਇੰਟਿਸਟ ਨੂੰ ਵਾਰ-ਵਾਰ ਨੇਮਸ ਪੜ੍ਹਦੇ ਨੇ ਇਹਨਾਂ ਦੇ, ਕਿਉਂਕਿ ਅੱਗੇ ਵੀ ਆਪਾਂ ਨੂੰ ਡੈਫੀਨੇਸ਼ਨਸ ਤਾਂ ਬਹੁਤ ਆਉਣੀਆਂ ਹੀ ਆ, ਠੀਕ ਹੈ। ਅਤੇ ਜੇ ਆਪਾਂ ਪਹਿਲਾਂ ਹੀ ਇਹਨਾਂ ਸਾਇੰਟਿਸਟ ਬਾਰੇ ਕੁਛ ਨਾ ਕੁਛ ਜਾਣਾਂਗੇ, ਠੀਕ ਹੈ, ਕੁਛ ਨਾ ਕੁਛ ਪੜ੍ਹ ਕੇ ਚੱਲਾਂਗੇ, ਤਾਂ ਆਪਾਂ ਨੂੰ ਅੱਗੇ ਜਾ ਕੇ ਇਹਨਾਂ ਦੇ ਨਾਮ ਯਾਦ ਰੱਖਣ ਵਿੱਚ ਮਤਲਬ ਕਠਿਨਾਈ ਨਹੀਂ ਆਊਗੀ। ਇਸ ਕਰਕੇ ਕਹਿੰਦੇ ਆ ਕਿ ਇੰਟਰੋਡਕਸ਼ਨ ਪੜ੍ਹ ਲਿਆ ਕਰੋ। ਮਿਹਨਤ ਲੱਗਦੀ ਆ, ਪਰ ਤੁਹਾਡੀ ਮਿਹਨਤ ਦਾ ਅੱਗੇ ਜਾ ਕੇ ਮੁੱਲ ਵੀ ਬੜਾ ਪੈਣਾ। ਸ਼ਾਇਦ BSc ਵਿੱਚ ਨਾ ਪਵੇ, ਪਰ ਜਦੋਂ ਤੁਸੀਂ ਜੋਬ ਲਈ ਅਪਲਾਈ ਕਰੋਗੇ ਤਾਂ ਤੁਹਾਡੇ ਲਈ ਬਹੁਤ ਜ਼ਿਆਦਾ ਕੀ ਆ ਲੌਜੀਕਲੀ ਅੱਛਾ ਸਾਬਿਤ ਹੋਣਾਗਾ, ਠੀਕ ਹੈ। ਤਾਂ ਅੱਜ ਲਈ ਆਪਾਂ ਇੰਨਾ ਹੀ ਕਰਾਂਗੇ। ਕੱਲ੍ਹ ਤੋਂ ਆਪਾਂ ਨੇਚਰ ਆਫ ਸੋਸ਼ੀਓਲੋਜੀ ਪੜ੍ਹਾਂਗੇ। ਤਾਂ ਥੈਂਕ ਯੂ, ਹੈਵ ਅ ਨਾਈਸ ਡੇ। ਤਾਂ ਵੀਡੀਓਜ਼ ਨੂੰ ਸਪੋਰਟ ਕਰੋ, ਤੁਹਾਡੇ ਲਈ ਯੂਜ਼ਫੁਲ ਕੰਟੈਂਟ ਹੈ। ਅਤੇ ਜੇ ਕੋਈ ਕਮੀ ਵੀ ਲੱਗਦੀ ਆ ਤਾਂ ਮੈਨੂੰ ਕਮੈਂਟ ਕਰੋ, ਤਾਂ ਕਿ ਮੈਂ ਇਹ ਕਮੀ ਨੂੰ ਸੁਧਾਰ ਸਕਾਂ। ਤਾਂ ਥੈਂਕ ਯੂ, ਹੈਵ ਅ ਨਾਈਸ ਡੇ।